विषय वार्ता देख रहे सारे ही दर्शकों का स्वागत है। मैं हां कोमलप्रीत कौर। किसानी मोर्चे ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਿਹਾਂ ਦੱਸਦੇ ਕਿ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ 21 ਜਨਵਰੀ ਨੂੰ, ਜਿੱਥੇ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤੀ ਜਾਣੀ ਸੀ, ਉਹ ਹੁਣ ਮੁਲਤਵੀ ਕਰ ਦਿੱਤੀ ਗਈ ਹੈ। ਜੀ ਹਾਂ, ਕਿਸਾਨ ਆਗੂ ਸਰਵਣ ਸਿੰਘ ਪੰਦੇਰ ਦੇ ਵੱਲੋਂ ਇਹ ਬਿਆਨ ਜਿਹੜਾ ਕਿ ਦਿੱਤਾ ਹੈ ਕਿ ਹੁਣ किसान ਜਿਹੜੇ कि 21 जनवरी ਨੂੰ ਦਿੱਲੀ ਵੱਲ ਨੂੰ ਕੂਚ नहीं ਕਰਨਗੇ, ਉਸ ਨੂੰ ਮੁਲਤਵੀ ਜਿਹੜਾ ਕਿ ਕਰ ਦਿੱਤਾ ਗਿਆ ਹੈ। ਤੇ ਉਧਰ ਜੇਕਰ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ, ਤਾਂ ਉਹਨਾਂ ਦੀ ਸਿਹਤ ਜਿਹੜੀ ਕਿ ਜ਼ਿਆਦਾ ਵਿਗੜ ਰਹੀ ਹੈ ਤੇ ਉਸ ਨੂੰ ਮੱਦੇਨਜ਼ਰ ਵੀ ਸਰਵਣ ਸਿੰਘ ਪੰਦੇਰ ਦੇ ਵੱਲੋਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਆਪਣਾ ਮਰਨ ਵਰਤ ਉਹ ਖਤਮ ਕਰ ਦੇਣ। ਤੇ ਪੰਦੇਰ ਨੇ ਇਹ ਵੀ ਕਿਹਾ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਲੋੜ ਹੈ ਤੇ ਉਹ ਡਟ ਕੇ ਜਿਹੜਾ ਕਿ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ, ਪਰ ਆਪਣਾ ਮਰਨ ਵਰਤੋਂ ਉਹ ਖਤਮ ਕਰ ਦੇਣ। ਹੁਣ ਕਿਸਾਨ ਹਰਿਆਣਾ ਪੰਜਾਬ ਦੀ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਨੂੰ ਮਾਰਚ ਨਹੀਂ ਕਰਨਗੇ। 21 ਜਨਵਰੀ ਨੂੰ ਉਹਨਾਂ ਦੇ ਵੱਲ ਨੂੰ ਦਿੱਲੀ ਵੱਲ ਨੂੰ ਕੂਚ ਕੀਤੀ ਜਾਣੀ ਸੀ, ਉਹ ਹੁਣ ਨਹੀਂ ਕੀਤੀ ਜਾਵੇਗੀ। ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਦੇਰ ਨੇ ਸ਼ੰਭੂ ਸਰਹੱਦ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਦਿੱਲੀ ਵੱਲ ਮਾਰਚ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ 14 ਫਰਵਰੀ ਤੋਂ ਪਹਿਲਾਂ ਇੱਕ ਮੀਟਿੰਗ ਕਰਨੀ ਚਾਹੀਦੀ ਹੈ ਤੇ ਇਹ ਮੀਟਿੰਗ ਚੰਡੀਗੜ੍ਹ ਦੀ ਬਜਾਏ ਜਿਹੜੀ ਕਿ ਦਿੱਲੀ ਦੇ ਵਿੱਚ ਉਹਨਾਂ ਨੂੰ ਕਰਨੀ ਚਾਹੀਦੀ ਹੈ। ਤਾਂ ਬਿਲਕੁਲ ਦੱਸਦੇ ਕਿ ਆਗੂ ਸਰਵਣ ਸਿੰਘ ਪੰਦੇਰ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਵੀ ਕਈ ਗੱਲਾਂ ਜਿਹੜੀ ਕਿ ਕਹੀਆਂ ਗਈਆਂ ਨੇ। ਉਹਨਾਂ ਨੇ ਖਾਸ ਤੌਰ ਤੇ ਇਹ ਐਲਾਨ ਕੀਤਾ ਹੈ ਕਿ ਹੁਣ ਜਿਹੜਾ ਕਿ ਦਿੱਲੀ ਵੱਲ ਨੂੰ ਮਾਰਚ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਤੇ 14 ਫਰਵਰੀ ਤੋਂ ਪਹਿਲਾਂ ਇੱਕ ਮੀਟਿੰਗ ਕਰਨੀ ਚਾਹੀਦੀ ਹੈ। ਇਹ ਮੀਟਿੰਗ ਚੰਡੀਗੜ੍ਹ ਦੀ ਬਜਾਏ ਦਿੱਲੀ ਦੇ ਵਿੱਚ ਜਿਹੜੀ ਕਿ ਹੋਣੀ ਚਾਹੀਦੀ ਹੈ। संयुक्त किसान मोर्चा ने घट्टो घट समर्थन मुल ते गारंटी कानून समेत होर मंगां नूं लैके पंजाब हरियाणा समेत देश भर दे लोक सभा ते राज सभा सांसद मैंबरां दे घरां दा घिराव करन दा ऐलान कीता सी। हालांकि केंद्र तो गलबात लई सद्दा मिलण तो बाद एसकेएम ने कहा कि घेराबंदी करन दी बजाए सारे किसानां नूं अपणीआं मंगां दा एक मंग पत्र ईमेल राहीं संसद मैंबरां नूं भेजना चाहीदा है। 26 जनवरी ਨੂੰ ਦੇਸ਼ ਭਰ ਵਿੱਚ ਹੁਣ ਟਰੈਕਟਰ ਮਾਰਚ ਕੱਢੇ ਜਾਣਗੇ। ਐਸਕੇਐਮ ਆਗੂ ਦਰਸ਼ਨਪਾਲ ਸਿੰਘ ਨੇ ਵੀ ਕਿਹਾ ਸੀ ਕਿ ਸੰਸਦ ਮੈਂਬਰਾਂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਨਾਲ ਗੱਲਬਾਤ ਜਲਦੀ ਸ਼ੁਰੂ ਹੋ ਸਕੇ। ਕੇਂਦਰ ਸਰਕਾਰ ਦੇ ਵੱਲੋਂ 14 ਫਰਵਰੀ ਨੂੰ ਗੱਲਬਾਤ ਦੇ ਪ੍ਰਸਤਾਵ ਤੋਂ ਬਾਅਦ ਵੀ ਡੱਲੇਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਐਮਐਸਪੀ ਤੇ ਗਾਰੰਟੀ ਕਾਨੂੰਨ ਲਾਗੂ ਹੋਣ ਤੱਕ ਕੁਝ ਨਹੀਂ ਖਾਣਗੇ। ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ। ਹਾਲਾਂਕਿ ਕਿਸਾਨਾਂ ਦੀ ਬੇਨਤੀ ਤੇ ਉਹ ਸ਼ਨੀਵਾਰ ਦੇਰ ਰਾਤ ਤੋਂ ਡਾਕਟਰੀ ਸਹੂਲਤਾਂ ਲੈ ਰਹੇ ਨੇ ਤੇ ਡਾਕਟਰਾਂ ਨੇ ਉਹਨਾਂ ਨੂੰ ਗਲੂਕੋਜ਼ ਜਿਹੜਾ ਕਿ ਦਿੱਤਾ ਹੈ। ਤੇ ਇਸ ਦੌਰਾਨ ਡਾਕਟਰ ਸਵੈਮਨ ਸਿੰਘ ਜੋ ਡੱਲੇਵਾਲ ਦੀ ਨਿਗਰਾਨੀ ਕਰਨ ਵਾਲੇ ਡਾਕਟਰਾਂ ਦੀ ਟੀਮ ਦਾ ਹਿੱਸਾ ਹਨ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਹੀ 14 ਫਰਵਰੀ ਤੱਕ ਇਕੱਲੇ ਡਾਕਟਰੀ ਸਹਾਇਤਾ ਤੇ ਜੀਣਾ ਮੁਸ਼ਕਿਲ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸ਼ੁਰੂ ਕੀਤੇ ਗਏ ਮਰਨ ਵਰਤ ਦਾ ਜਿਹੜਾ ਕਿ 55 ਦਿਨ ਤੋਂ ਉੱਪਰ ਹੋ ਚੁੱਕੇ ਨੇ ਤੇ ਉਧਰ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਨੋਟਿਸ ਭੇਜਣੇ ਵੀ ਜਿਹੜੇ ਕਿ ਸ਼ੁਰੂ ਕਰ ਦਿੱਤੇ ਗਏ ਨੇ। ਤਾਂ ਹੁਣ ਦੇਖਣਾ ਹੋਵੇਗਾ ਕਿ ਅਗਲੀ ਹੁਣ 26 ਜਨਵਰੀ ਨੂੰ ਹੁਣ ਟਰੈਕਟਰ ਮਾਰਚ ਜਿਹੜਾ ਕਿ ਕੱਢਿਆ ਜਾਵੇਗਾ ਤੇ ਉਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਮਾਰਚ ਦੇ ਵਿੱਚ ਸਹਿਯੋਗ ਦੇਣ ਦੀ ਜਿਹੜੀ ਕਿ ਅਪੀਲ ਵੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਵੱਧ ਚੜ ਕੇ ਸਾਰੇ ਜਿਹੜੇ ਕਿ ਇਸ ਦੇ ਵਿੱਚ ਆਪਣਾ ਸਹਿਯੋਗ ਦੇਣ ਤਾਂ ਜੋ ਉਹਨਾਂ ਦੇ ਵੱਲੋਂ ਸਰਕਾਰ ਦੇ ਦੁਆਰਾ ਜਿਹੜਾ ਕਿ ਆਪਣੀਆਂ ਮੰਗਾਂ ਨੂੰ ਮਨਵਾਇਆ ਜਾ ਸਕੇ। ਤੇ ਆਓ ਸੁਣਦੇ ਹਾਂ ਅੱਗੇ ਕੀ ਕਹਿੰਦੇ ਨੇ ਇਸ ਮਾਮਲੇ ਦੇ ਵਿੱਚ ਸਰਵਣ ਸਿੰਘ ਪੰਦੇਰ। दोनों फोरमों ने ये बोला था भी जो हमारे ट्रैक्टर हैं वो रोड पर आएंगे, किधर जाएंगे इसके बारे में हम आने वाले समय में आपको क्लियर करेंगे। और आज हम इसका दोनों फोरमों की ओर से घोषणा कर रहे हैं। उधर इसके अलावा जो नए साइलोज गोदाम ये भी कॉरपोरेट ने बनाए हैं खेती मंडी को खत्म करने के लिए, इनके जो दिशा होगी इन 3 दिशाओं में जाएंगे। गांवों से मार्च करते हुए
अपने तौर से किसान संगठन जो अलग अलग है वो डिसाइड कर लेंगे जिला ब्लॉक लेवल पर भी किस तरह के उनके कार्यक्रम होंगे। तो ये दिशा हम लोग तय करेंगे अपने 26 का जो देशव्यापी लाखों ट्रैक्टर जो निकल के आने हैं। ये दूसरा, वहां कितना समय हम लोग लगाएंगे। तो सर्दियों का समय लगभग 12 बजे से 1:30 बजे तक, चाहे बड़े कारपोरेट के सैलो मॉल जोन या भाजपा के कार्यालय या घर हो या साइलोस गोदाम हो, वहां 1.5 घंटे तक का कार्यक्रम होगा। उसके बाद मार्च होगा। तो ये कार्यक्रम जो है दोनों फोरमों की ओर से हम लोग अनाउंस कर रहे हैं। इसी के साथ साथ जो हमने घोषणा की थी पैदल दिल्ली कूच के 21 को जता भेजना था 101 किसानों का, जो अब हमने विचार विमर्श किया है केएमएम की टीम ने, और दोनों फोरमों ने जो समझा है इसको हम 26 जनवरी तक सरकार को समय देने के लिए इसको हमने स्थगित किया है। इसका 26 जनवरी के बाद हम लोग निर्णय लेंगे। इसके पीछे एक तो जो सरकार ने मीटिंग इतनी, उसका समय ज्यादा ले लिया, और हम जो मेडिकल के आधार पर डॉक्टर स्वयं मान ने बोला है उस समय से हम समझते हैं ये हमारी कंडीशन तो नहीं है, लेकिन सरकार से ये मांग है मीटिंग जल्द की जाए और इसका स्थान न्यू दिल्ली होना चाहिए, क्योंकि ये देश के किसान मजदूरों की देशव्यापी आंदोलन का सवाल है, तो वहां इसकी प्लेस होनी चाहिए। इसी के साथ साथ हम ये जो सरकार की ओर से, सरकार के प्रचार माध्यमों से ये जो बोला जा रहा है कि दिल्ली के जो इलेक्शंस हैं उनका मॉडल कोड ऑफ कंडक्ट लगा हुआ, इसलिए ये मीटिंग लंबी गई। हम कहते हैं भी 8वां पे कमीशन की घोषणा तो आपने कर दी, जिसमें एग्जैक्ट तो नहीं, लगभग 2 लाख करोड़ का बजट जा रहा है। उसके ऊपर तो कोई आपत्ति नहीं इलेक्शन कमीशन को, तो भाई किसानों से मीटिंग करने में क्या आपत्ति है। अगर कोई घोषणा को लेके दिक्कत होगी उसी दिन, तो इसके बारे में भी विचार कर लिया जाएगा। एक तो हमारी ये बात है। दूसरा, जो एसकेएम के साथ जो हमारा एकता का प्रयास चल रहा है, उसके बाद मोगा की रैली में जनता द्वारा एकता मता डाला गया। हम समझते हैं भी जो जनता ने एकता मता डाला उससे हमें बहुत उम्मीद है जनता से, और वो एकता पर निरंतर चल रहा है, और उसी आशा को लेकर हम आगे बढ़ रहे हैं। जो जनता चाहती है पूरी एकता, मुकम्मल एकता, उसमें शायद हमारे भाइयों का कहना है वो शायद इतनी जल्दी संभव नहीं है। तो फिर रह गई कम से कम एकता, भी कम से कम एकता हो, और कम से कम एकता की हमें कम से कम एकता तो का प्रस्ताव आ जाएगा और बात आगे बढ़ेगी। कम से कम एकता का मतलब, ठीक है, कि देश भर में तीनों फोरमों की कोऑर्डिनेशन
अच्छा हमें संदेश आएगा और कम से कम एकता का रास्ता साफ हो जाएगा, ऐसा हम समझते हैं।